एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। परम सत्कारयोग गुरु रूप गुरु प्यारी साध संगत जियो, आओ मना दियां खिंडियां होईयां बिरतियां नूं कागर करदे होए गुरु बाबा श्री गुरु नानक देव सच्चे पातशाह जी दे चरनां दा ध्यान धरदे होए करिए रसना पवित्र ते बोलीए सारे। वाहिगुरु जी का खालसा वाहिगुरु जी की फतेह। गुरमुख प्यारिओ, करमां वाले आ भागां वाले आ आपां, क्योंकि गुरबाणी दा फरमान आ बिन भागां सत संग न लभै, बिन संगत मैल भरीजै जियो। ਕਰਮਾਂ ਭਾਗਾਂ ਦੇ ਨਾਲ ਮਨੁੱਖ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਬਿਨਾਂ ਸਤ ਸੰਗਤ ਕਰਨ ਤੋਂ ਮਨੁੱਖ ਦੇ ਮਨ ਨੂੰ ਮੈਲ ਲੱਗਦੀ ਰਹਿੰਦੀ ਹੈ ਅਤੇ ਮਨੁੱਖ ਦੀ ਪਰਮਾਤਮਾ ਤੋਂ ਵਾਹਿਗੁਰੂ ਤੋਂ ਦੂਰੀ ਵੱਧਦੀ ਜਾਂਦੀ ਹੈ। ਸੋ ਇਹ ਸਤ ਸੰਗਤ ਬਹੁਤ ਵੱਡਾ ਮਹਾਨ ਤੀਰਥ ਮੰਨਿਆ ਜਾਂਦਾ, ਜਿੱਥੇ ਮਨ ਦਾ ਅੰਦਰਲਾ ਇਸ਼ਨਾਨ ਹੁੰਦਾ। ਸੁਣਿਆ ਮੰਨਿਆ मन कीता भाओ अंतरगत तीर्थ मल नाओ। सो आपां वाहिगुरू की किरपा दे नाल पहले 13 अंग श्री गुरु ग्रंथ साहिब जी दे उस पवित्र अगम्मी इलाही बाणी नूं समझदे आ रहे हैं। पहला श्री जपजी साहिब जी की बाणी नूं तुच्छ बुद्धि मुताबक समझण दा यतन कीता। उस तो बाद सो दर केहा सो कर केहा, सो पुरख सो दर सो घर सो पुरख। ते अज शुरू हो रही है बाणी जो हैगा, जिहदा बाणी का नाम है सोहला। सत्कार दे नाल असीं कीर्तन सोहला कह दिंदे हाँ। ये बाणी शाम दियां 5 बाणियां दे विच जो साडे सिखां दे वास्ते नितनेम दे विच जरूरी है, उदों भी ये सोहला साहब जी की बाणी पढ़ी जाती है। तो जदों धन श्री गुरु ग्रंथ साहिब जी का सुखासन करते हैं, उस समय भी रात नूं भी ये सिखां नूं हुक्म आ सोहला साहब जी की बाणी नूं पढ़ के पैना। सो सतगुरां की मेहर का सदका आपां नूं सुभागा समा प्राप्त होया सोहला साहब जी की बाणी नूं समझण दा। आओ मन बिरतियां बिल्कुल एकागर करके गुरबाणी नूं सुन ते समझण दा यतन करिए जी। सोहला राग गौड़ी दीपकी महला पहला, एक ओंकार सतगुर प्रसाद। ये पहले 13 अंगां दे विचों अखीरली बाणी आ, उस तो बाद राग शुरू हो जाने आ। सो इस बाणी दे विच जो बाणी का नाम सोहला है, राग गौड़ी है। गौड़ी राग की भी अगे किस्म जो है नस्ल किस्म जो किस्मां दे विच हुंदियां, राग दियां अगे जिहड़ियां किस्मां हुंदियां वो दीपकी किस्म है। महला पहला, पहले पातशाह धन धन श्री गुरु नानक देव सच्चे पातशाह जी दे मुबारक मुख विचों उचारण किया होया पवित्र शब्द है। पहला असी ध्यान जोड़ना एक ओंकार दे नाल। कित्थे असी पहुँचना, असी अंदरला सफ़र करना, आत्मक सफ़र करना। साडी आत्मा परमात्मा नालों टुटी हुई है। धन पिर का एक ही संग वासा, विच हौमै भीत करारी। हौमै दी कंध करके मेरा मिलाप नहीं हो रहा, मेरा जीवन वधिया नहीं बन रहा,
ਮੈਨੂੰ ਆਨੰਦ ਨਹੀਂ ਆ ਰਿਹਾ, ਮੈਨੂੰ ਸੋਝੀ ਨਹੀਂ, ਆਤਮਿਕ ਗਿਆਨ ਨਹੀਂ ਹੋ ਰਿਹਾ। ਇਹ ਸਾਰੇ ਕੁਝ ਦੀ ਨਿਵਰਤੀ ਦੇ ਕਾਰਨ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਅਤੇ ਗੁਰੂ ਦਾ ਗਿਆਨ ਪ੍ਰਾਪਤ ਕਰਕੇ, ਭਾਵ ਸਤਿਗੁਰਾਂ ਦਾ ਪ੍ਰਸਾਦ ਪ੍ਰਾਪਤ ਕਰਕੇ ਅਸੀਂ ਆਨੰਦਿਤ ਜੀਵਨ ਦੀ ਪ੍ਰਾਪਤੀ ਕਰ ਸਕਦੇ ਹਾਂ। ਇੱਕ ਓੰਕਾਰ ਪਰਮਾਤਮਾ ਨਾਲ ਜੁੜ ਸਕਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹੇਲਾ, ਸਿਵਰਿਓ ਸਿਰਜਣਹਾਰੋ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਆਪਾਂ ਨੂੰ, ਜੀਵਾਂ ਨੂੰ, ਵਿਦਿਆਰਥੀਆਂ ਨੂੰ, ਸਿੱਖਿਆਰਥੀਆਂ ਨੂੰ, ਸਿੱਖਣ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਜੈ ਘਰ ਕੀਰਤ ਆਖੀਐ, ਜਿਸ ਹਿਰਦੇ ਘਰ ਵਿੱਚ ਉਹ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਉਹ ਹਿਰਦਾ, ਉਹ ਜੀਵ ਹੌਲੀ ਹੌਲੀ ਉੱਚਾ ਹੁੰਦਾ ਪਹਿਲਾਂ ਆਪਾਂ ਸਮਝਦੇ ਆਏ ਹਾਂ ਇੱਕ ਓੰਕਾਰ ਨੂੰ, ਸੋ ਪੁਰਖੋ ਪਰਮਾਤਮਾ ਵਾਹਿਗੁਰੂ ਨੂੰ। ਹੁਣ ਪਰਮਾਤਮਾ ਨਾਲ ਇਸ ਸ਼ਬਦ ਦੇ ਵਿੱਚ ਪਰਮਾਤਮਾ ਨੂੰ ਪਤੀ ਮੰਨਿਆ ਗਿਆ। ਆਪਾਂ ਥੋੜ੍ਹੀ ਜਿਹੀ ਉਦਾਹਰਨ ਦੇ ਜੋ ਦਿੱਤੀ ਗਈ ਹੈ ਇਸ ਸ਼ਬਦ ਦੇ ਵਿੱਚ, ਤਾਂ ਕਿ ਅਸੀਂ ਭਾਵ ਅਰਥਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਹੌਲੀ ਹੌਲੀ ਸਾਡੀ ਧੀ ਪੁੱਤਰੀ ਜਵਾਨ ਹੁੰਦੀ ਆ ਤਾਂ ਉਹਦਾ ਵਿਆਹ ਦਾ ਪ੍ਰੋਗਰਾਮ ਕੀਤਾ ਜਾਂਦਾ, ਸਾਹਾ ਕਢਾਇਆ ਜਾਂਦਾ ਸੀ ਅੱਗੇ, ਅਤੇ ਉਹ ਵਿਆਹ ਉਹਦਾ ਰੱਖਿਆ ਜਾਂਦਾ, ਬੇਟੀ ਦਾ, ਬੱਚੀ ਦਾ। ਅਤੇ ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਜਿਹਨੂੰ ਮਾਈਏ ਪੈਣਾ ਕਿਹਾ ਜਾਂਦਾ, ਇਹ ਰਿਵਾਜ ਸੀ ਆਪਣੇ ਪਹਿਲਾਂ ਸਮੇਂ ਦੇ ਵਿੱਚ ਕਿ ਚਾਚੀਆਂ, ਤਾਈਆਂ, ਭਾਬੀਆਂ ਇਕੱਤਰ ਹੁੰਦੀਆਂ ਉਸ ਘਰ ਦੇ ਵਿੱਚ ਜਿਸ ਬੱਚੀ ਦਾ ਵਿਆਹ ਰੱਖਿਆ ਹੁੰਦਾ, ਸਾਹਾ ਤਿਆਰ ਹੁੰਦਾ, ਬੰਨ੍ਹਿਆ ਗਿਆ ਹੁੰਦਾ, ਸਾਰਾ ਕੁਝ ਹੋ ਗਿਆ ਹੁੰਦਾ, ਭਾਵ ਥੋੜ੍ਹੇ ਦਿਨ ਹੀ ਰਹਿ ਗਏ ਹੁੰਦੇ ਆ, ਤਾਂ ਉਸ ਘਰ ਦੇ ਵਿੱਚ ਆ ਕੇ ਚਾਚੀਆਂ ਤਾਈਆਂ ਖੁਸ਼ੀ ਦੇ ਗੀਤ ਗਾਉਂਦੀਆਂ, ਸੋਹਲੇ ਗਾਉਂਦੀਆਂ, ਜਿਨ੍ਹਾਂ ਨੂੰ ਆਪਾਂ ਸੁਹਾਗ ਦੇ ਗੀਤ ਕਹਿੰਦੇ ਆ। ਇਹ ਰਿਵਾਜ ਸੀ। ਹੁਣ ਉਹ ਬੱਚੀ, ਜਿਸ ਬੱਚੀ ਦਾ ਵਿਆਹ ਹੋ ਰਿਹਾ, ਉਹ ਬੱਚੀ ਦੇ ਮਨ ਦੇ ਵਿੱਚ ਕੀ ਬੀਤ ਰਹੀ ਆ, ਦੋ ਤਰ੍ਹਾਂ ਦੇ ਖਿਆਲ ਗੁਰੂ ਬਾਬਾ ਜੀ ਨੇ ਸਮਝਾਏ ਆ ਕਿ ਉਹ ਬੱਚੀ ਦੇ ਮਨ ਦੇ ਵਿੱਚ ਸੋਹਲੇ ਸੁਣ ਕੇ, ਗੀਤ ਸੁਣ ਕੇ, ਇੱਕ ਤਾਂ ਇਹ ਆ ਰਿਹਾ ਕਿ ਮੈਂ ਇੰਨਾ ਚਿਰ ਇਸ ਪਰਿਵਾਰ ਦੇ ਵਿੱਚ ਰਹੀ ਹਾਂ, ਹੁਣ ਮੈਨੂੰ ਵਿਛੜਨਾ ਪੈ ਰਿਹਾ ਇਸ ਪਰਿਵਾਰ ਤੋਂ, ਤਾਂ ਉਹ ਇਹ ਗੱਲ ਸੋਚ ਕੇ ਮਨ ਦੇ ਵਿੱਚ ਬੱਚੀ ਉਦਾਸ ਹੋ ਜਾਂਦੀ ਹੈ। ਦੂਜੇ ਪੱਖ ਹੀ ਉਹ ਸੋਚਦੀ ਹੈ ਵੀ ਇੱਧਰੋਂ ਵਿਛੋੜਾ ਹੋ ਜਾਣਾ ਅਤੇ ਮੇਰਾ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਣਾ, ਮੇਰਾ ਨਵਾਂ ਜੀਵਨ ਸ਼ੁਰੂ ਹੋ ਜਾਣਾ, ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਣੀ ਹੈ। ਇਹ ਸੋਚ ਕੇ ਉਹ ਵਿਗਾਸ ਦੇ ਵਿੱਚ ਆ ਜਾਂਦੀ ਹੈ, ਖੇੜੇ ਦੇ ਵਿੱਚ ਆ ਜਾਂਦੀ ਹੈ। ਭਾਵ ਉਹ ਬੱਚੀ ਦੀ ਸਾਈਕੀ ਕੀ ਸੋਚਦੀ ਹੈ, ਦੋ ਤਰ੍ਹਾਂ ਦੀ ਸੋਚ ਸੋਚਦੀ ਹੈ, ਇੱਕ ਤਾਂ ਵਿਛੋੜਾ ਅਤੇ ਦੂਜਾ ਮਿਲਾਪ। ਦੋਨਾਂ ਚੀਜ਼ਾਂ ਦਾ ਭਾਵ ਕਿ ਕਦੇ ਮਨ ਦੇ ਵਿੱਚ ਵਿਗਾਸ ਆ ਜਾਂਦਾ ਸੋਚ ਕੇ ਕਿ ਮੇਰਾ ਮਿਲਾਪ ਹੋਣ ਲੱਗਿਆ, ਅਤੇ ਕਦੇ ਮਨ 'ਚ ਸੋਚ ਕੇ ਬੈਰਾਗ ਆ ਜਾਂਦਾ ਕਿ ਮੈਂ ਪਰਿਵਾਰ ਤੋਂ ਵਿਛੜਨ ਲੱਗੀ ਹਾਂ। ਇਸੇ ਤਰ੍ਹਾਂ ਜਿਹੜੀ ਜਿੰਦ, ਜਿਹੜੀ ਜਾਨ, ਜਿਹੜੀ ਜੀਵ ਇਸਤਰੀ ਸਤ ਸੰਗਤ ਦੇ ਵਿੱਚ ਸਹੇਲੀਆਂ ਦੇ ਰੂਪ ਦੇ ਵਿੱਚ ਬੈਠ ਕੇ, ਜਿਵੇਂ ਉੱਧਰ ਬੀਬੀਆਂ ਇਕੱਤਰ ਹੋ ਕੇ ਗੀਤ ਗਾਉਂਦੀਆਂ, ਇਸੇ ਤਰ੍ਹਾਂ ਸਤ ਸੰਗਤ ਆ ਜਿਹੜੀ, ਇਹਦੇ ਵਿੱਚ ਬੈਠ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਗੀਤ ਗਾਏ ਜਾ ਰਹੇ ਹੁੰਦੇ ਆ। ਅਤੇ ਆਤਮਿਕ ਵਿਆਹ ਦਾ ਸੀਨ ਉਹੀ ਆ ਬਾਹਰਲਾ। ਕਿਸੇ ਜਿੰਦ ਨੂੰ, ਜਿਹਨੂੰ ਸਮਝ ਆ ਜਾਂਦੀ ਹੈ, ਜਿਹਦੀ ਘਾੜਤ ਘੜੀ ਜਾਂਦੀ ਹੈ, ਉਹ ਮਿਲਾਪ ਦਾ ਦ੍ਰਿਸ਼ ਪਤੀ ਪਰਮਾਤਮਾ ਦੇ ਨਾਲ ਕਿਵੇਂ ਹੁੰਦਾ, ਕਿਵੇਂ ਅੰਦਰ ਖੇੜਾ ਬਣਦਾ, ਕਿਵੇਂ ਉਹ ਪ੍ਰਵਾਨ ਹੁੰਦਾ, ਕਿਵੇਂ ਭਗਤ ਬਣਦਾ, ਉਹ ਸਾਰਾ ਸੀਨ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਗੁਰੂ ਬਾਬਾ ਜੀ ਸਮਝਾਉਣਗੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਜੈ ਘਰ ਕੀਰਤ ਆਖੀਐ, ਜਿਸ ਹਿਰਦੇ ਘਰ ਵਿੱਚ, ਪਹਿਲਾਂ ਤਾਂ ਸਤ ਸੰਗਤ ਤੋਂ ਸ਼ੁਰੂ ਹੋਣਾ ਇਹ ਕੰਮ, ਕਿਉਂਕਿ ਸਤ ਕਿਤੋਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਕਿਤੋਂ ਕਾਸੇ ਦੀ ਘਾੜਤ ਘੜੀ ਜਾਂਦੀ ਹੈ, ਕਿਤੋਂ ਕਾਸੇ ਦੀ, ਅਤੇ ਸਤ ਸੰਗਤ ਦੇ ਵਿੱਚ ਮਨਾਂ ਦੀ ਘਾੜਤ ਘੜੀ ਜਾਂਦੀ ਹੈ।
ਜਿਸ ਘਰ ਵਿੱਚ ਜਿਸ ਅਸਥਾਨ ਤੇ, ਇਹ ਸਭ ਤੋਂ ਪਵਿੱਤਰ ਅਸਥਾਨ ਮੰਨਿਆ ਗਿਆ, ਜਿੱਥੇ ਬੈਠ ਕੇ ਸਹੇਲੀਆਂ ਦੇ ਵਾਂਗੂ ਸਤ ਸੰਗੀ ਸੱਜਣ ਉਹ ਪਰਮਾਤਮਾ ਦੀ ਕੀਰਤੀ ਕਰਦੇ ਆ, ਸਾਰੇ ਭੈਣ ਭਰਾਵਾਂ ਦੇ ਵਾਂਗੂ ਰਲ ਕੇ, ਕਿਉਂਕਿ ਅਸੀਂ ਸਾਰੀਆਂ ਜੀਵ ਇਸਤਰੀਆਂ ਏਕੋ ਪੁਰਖ ਸੁਵਾਈ ਨਾਰ, ਉਹ ਪਤੀ ਪਰਮਾਤਮਾ ਬਾਰੇ ਆਪਾਂ ਜਾਣਦੇ, ਉਹਨੂੰ ਸਤ ਸੰਗਤ ਕਿਹਾ ਜਾਂਦਾ। ਸਤ ਸੰਗਤ ਦੇ ਵਿੱਚ ਜਿਹੜਾ ਮਨਾਂ ਦੀ ਘਾੜਤ ਘੜੀ ਜਾਂਦੀ ਹੈ, ਜਿਸ ਘਰ ਵਿੱਚ ਜਿਸ ਸਥਾਨ ਤੇ ਉਹ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਵਡਿਆਈ ਹੁੰਦੀ ਹੈ, ਕਰਤੇ ਕਾ ਹੋਏ ਵਿਚਾਰੋ। ਦੂਜਾ ਸਤ ਸੰਗਤ ਦਾ ਇਹ ਫਰਕ ਹੈ ਕਿ ਆਮ ਇਕੱਠ ਦੇ ਵਿੱਚ ਦੁਨਿਆਵੀ ਗੱਲਾਂ ਹੁੰਦੀਆਂ, ਦੁਨੀਆ ਦੀਆਂ ਗੱਲਾਂ ਹੁੰਦੀਆਂ, ਦੁਨੀਆ ਦੇ ਲੋਕਾਂ ਦੀਆਂ ਗੱਲਾਂ ਹੁੰਦੀਆਂ, ਵੱਡੇ ਬੰਦਿਆਂ ਦੀਆਂ ਗੱਲਾਂ ਹੁੰਦੀਆਂ, ਭਾਵੇਂ ਉਹ ਧਾਰਮਿਕ ਹੋਣ ਭਾਵੇਂ ਉਹ ਰਾਜਨੀਤਿਕ ਹੋਣ, ਪਰ ਅਸਲ ਸਤ ਸੰਗਤ ਉਹ ਹੁੰਦੀ ਹੈ ਜਿੱਥੇ ਕਰਤੇ ਦੀ ਵਿਚਾਰ ਹੋਵੇ। ਕਰਤੇ ਕਾ ਹੋਏ ਵਿਚਾਰੋ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ। ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ। ਜਿਸ ਹਿਰਦੇ ਘਰ ਵਿੱਚ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਵਡਿਆਈ ਹੁੰਦੀ ਹੈ, ਕਰਤੇ ਦੀਆਂ ਵਿਚਾਰਾਂ ਹੁੰਦੀਆਂ ਹਨ। ਤਿਤ ਘਰ ਗਾਵੋ ਸੋਹੇਲਾ, ਸਿਵਰੋ ਸਿਰਜਣਹਾਰੋ। ਉਸ ਘਰ ਵਿੱਚ ਮਾਨੋ ਭਾਈ ਸੋਲੇ ਵੱਜ ਰਹੇ ਆ, ਖੁਸ਼ੀ ਦੇ ਗੀਤ ਗਾਏ ਜਾ ਰਹੇ ਆ, ਸੁਹਾਗ ਦੇ ਗੀਤ ਗਾਏ ਜਾ ਰਹੇ ਆ। ਤਿਤ ਘਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ। ਕਿਹਨੂੰ ਸਿਮਰਨਾ? ਸਿਰਜਣਹਾਰ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ। ਉਹਦੇ ਤੱਕ ਜੀਵ ਦੀ ਪਹੁੰਚ ਕਿਵੇਂ ਹੋ ਸਕਦੀ ਹੈ? ਕਿਵੇਂ ਆਪਣੀ ਹਉਮੈ ਨੂੰ ਤੋੜ ਕੇ, ਕਿਵੇਂ ਆਪਣੇ ਕੂੜ ਦੀ ਪਾਲ ਨੂੰ ਤੋੜ ਕੇ ਜੀਵ ਸਚਿਆਰ ਹੋ ਸਕਦਾ, ਉਹ ਸਿਰਜਣਹਾਰ ਤੱਕ ਪਹੁੰਚ ਸਕਦਾ, ਪਰਮਾਤਮਾ ਤੱਕ ਪਹੁੰਚ ਸਕਦਾ। ਸਤ ਸੰਗਤ ਦੇ ਵਿੱਚ ਇਹ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਉਹਨੂੰ ਸਿਵਰੋ ਭਾਈ, ਉਸ ਘਰ ਵਿੱਚ ਇਕੱਤਰ ਹੋਵੋ ਜਿੱਥੇ ਕਰਤੇ ਦੀਆਂ ਵਿਚਾਰਾਂ ਹੋ ਰਹੀਆਂ। ਭਾਵ ਸਾਨੂੰ ਜੀਵਾਂ ਨੂੰ ਸਮਝਾਇਆ ਜਾ ਰਿਹਾ, ਪਹਿਲੀ ਪੌੜੀ ਸਬਰਨ ਦੀ ਭਾਈ ਇਹ ਆ ਕਿ ਸਤ ਸੰਗਤ ਦੇਖੋ, ਸਕੂਲ ਦੇਖੋ ਵਧੀਆ ਕਿਹੜਾ। ਜਦ ਅਸੀਂ ਬੱਚੇ ਨੂੰ ਪੜ੍ਹਨ ਲਾਉਂਦੇ ਹਾਂ ਗੁਰਮੁਖ ਪਿਆਰਿਓ, ਤਾਂ ਆਲੇ ਦੁਆਲਿਓ ਦੇਖਦੇ ਆ, ਪੁੱਛਦੇ ਆ ਸਹੂਲਤਾਂ ਕੀ ਆ, ਕੈਸਾ ਸਕੂਲ ਆ, ਪੜ੍ਹਾਈ ਕਿਸ ਤਰ੍ਹਾਂ, ਫਿਰ ਆਪਾਂ ਬੱਚੇ ਨੂੰ ਲਾਉਂਦੇ ਆ। ਇਸੇ ਤਰ੍ਹਾਂ ਹੀ ਸਤ ਸੰਗਤ ਨੂੰ ਦੇਖੋ ਕਿ ਕੀ ਸਿਖਾਇਆ ਜਾ ਰਿਹਾ, ਕੀ ਸਮਝਾਇਆ ਜਾ ਰਿਹਾ, ਕਾਹਦੇ ਬਾਰੇ ਗੱਲਬਾਤ ਹੋ ਰਹੀ ਹੈ। ਤੇ ਵਧੀਆ ਸਤ ਸੰਗਤ ਦੇਖ ਕੇ ਨਾਲ ਨਿਸ਼ਾਨੀ ਵੀ ਦੱਸਦੀ ਜਿੱਥੇ ਕਰਤੇ ਦੀ ਵਿਚਾਰ ਹੁੰਦੀ ਹੈ, ਐਸੀ ਸਤ ਸੰਗਤ ਕਰੋ ਭਾਈ, ਤਾਂ ਕਿ ਉਹ ਸਿਰਜਣਹਾਰ ਤੱਕ ਪਹੁੰਚ ਸਕੀਏ। ਸਾਡਾ ਵਿਛੋੜਾ ਜਿਹੜਾ ਉਹ ਖਤਮ ਹੋ ਸਕੇ, ਅਸੀਂ ਮਨਮੁਖ ਤੋਂ ਗੁਰਮੁਖ ਹੋ ਸਕੀਏ, ਅਸੀਂ ਮੈਂ ਤੋਂ ਤੂੰ ਹੋ ਸਕੀਏ, ਉਹ ਸਿਰਜਣਹਾਰ ਨੂੰ ਜਾਣ ਸਕੀਏ। ਭਾਈ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਬਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਹੁਣ ਸਾਨੂੰ ਸਮਝਾਇਆ ਜਾ ਰਿਹਾ, ਤੁਮ ਗਾਵੋ, ਹੇ ਭਾਈ ਸਤ ਸੰਗੀ ਸੱਜਣੋ, ਗੁਰਮੁਖ ਪਿਆਰਿਓ, ਅਗਰ ਤੁਸੀਂ ਸਵਰਨਾ ਚਾਹੁੰਦੇ ਹੋ, ਅਗਰ ਆਪਣਾ ਜਨਮ ਮਰਨ ਖਤਮ ਕਰਨਾ ਚਾਹੁੰਦੇ ਹੋ, ਅਗਰ ਆਪਣਾ ਜੀਵਨ ਆਨੰਦਤ ਬਤੀਤ ਕਰਨਾ ਚਾਹੁੰਦੇ ਹੋ, ਅਗਰ ਉਸ ਪਰਮ ਆਨੰਦ ਤੱਕ ਪਹੁੰਚਣਾ ਚਾਹੁੰਦੇ ਹੋ, ਤਾਂ ਆਹ ਕੰਮ ਕਰਿਆ ਕਰੋ ਭਾਈ। ਸਤ ਸੰਗਤ ਦੇ ਵਿੱਚ ਬੈਠ ਕੇ ਇੱਕ ਜਾਣਾ ਗਾਇਆ ਕਰੋ, ਗੱਲਬਾਤ ਕਰਿਆ ਕਰੋ, ਕਿਉਂਕਿ ਸਪੀਕਰ ਦੀ ਨਿਆਈ ਹੁੰਦਾ। ਜਿਵੇਂ ਆਪਾਂ ਐਂ ਸਮਝ ਲਈਏ ਗੁਰਮੁਖ ਪਿਆਰਿਓ ਕਿ ਨਿਊਟਨ ਦੇ ਨਿਯਮ ਆ, ਸਮਝਾ ਪ੍ਰੋਫੈਸਰ ਰਹੇ ਆ, ਪ੍ਰੋਫੈਸਰ ਵੀ ਸਤਿਕਾਰਯੋਗ ਆ, ਪਰ ਨਿਯਮ ਆ ਇਹ ਨਿਊਟਨ ਦੇ ਆ। ਇਸੇ ਤਰ੍ਹਾਂ ਗੁਰਬਾਣੀ ਹੈ, ਗੁਰਬਾਣੀ ਦਾ ਗਿਆਨ ਜਿਹੜਾ ਸਮਝਾਉਣ ਵਾਲਾ ਉਹ ਵੀ ਸਤਿਕਾਰਯੋਗ ਆ, ਪਰ ਸਭ ਤੋਂ ਸਤਿਕਾਰਯੋਗ ਆ ਇਹ ਸਾਰਾ ਗਿਆਨ ਧਿਆਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ। ਭਾਈ ਇਸ ਤਰ੍ਹਾਂ ਕਰਿਆ ਕਰੋ ਗੁਰਮੁਖ ਪਿਆਰਿਓ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦੇ ਹੋਏ ਆਪਾਂ ਇਹ 13 ਅੰਗ ਦੀ ਵਿਚਾਰ ਕਰਨੀ ਸ਼ੁਰੂ ਕੀਤੀ ਸੀਗੀ ਗੁਰਮੁਖ ਪਿਆਰਿਓ। ਸੋ ਆਪਾਂ ਇਹ ਵਿਚਾਰ ਆ ਜਿਹੜੀ ਆਪਣੀ ਇਹ ਸੋਹਲਾ ਬਾਣੀ ਤੱਕ ਪਹੁੰਚ ਚੁੱਕੀ ਹੈ। ਗੁਰੂ ਬਾਬਾ ਜੀ ਵੀ ਇਹੀ ਸਮਝਾ ਰਹੇ ਹਨ ਕਿ ਆਹੀ ਸਭ ਤੋਂ ਵਧੀਆ ਤਰੀਕਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋਰਾਂ ਦੇ ਸੋਹਲੇ ਗਾਉਣੇ ਛੱਡ ਕੇ
ਦੁਨੀਆ ਦੇ ਸੋਲੇ ਗਾਉਣੇ ਛੱਡ ਕੇ ਤੁਸੀਂ ਭਾਈ ਮੇਰੇ ਨਿਰਭਉ ਨਿਰੰਕਾਰ ਕੌਣ ਆ? ਪ੍ਰਮਾਤਮਾ ਵਾਹਿਗੁਰੂ, ਉਹਦਾ ਸੋਲਾ ਗਾਵੋ। ਹਉ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ। ਤੇ ਇਹ ਸੋਲਾ ਗਾਉਣ ਦੇ ਨਾਲ, ਦੁਨੀਆ ਦੇ ਸੋਲੇ ਗਾਉਣ ਦੇ ਨਾਲ ਤੁਹਾਨੂੰ ਸੁਖ ਪ੍ਰਾਪਤ ਹੋ ਸਕਦਾ, ਪੈਸਾ ਪ੍ਰਾਪਤ ਹੋ ਸਕਦਾ, ਮਾਇਆ ਪ੍ਰਾਪਤ ਹੋ ਸਕਦੀ ਹੈ, ਪਰ ਸਦਾ ਦਾ ਸੁਖ ਨਹੀਂ ਪ੍ਰਾਪਤ ਹੋ ਸਕਦਾ ਗੁਰਮੁਖ ਪਿਆਰਿਓ। ਇੰਨਾ ਫਰਕ ਆ। ਉਹ ਥੋੜ੍ਹ ਚਿਰ ਹੀ ਆ, ਥੋੜ੍ਹਾ ਚਿਰ ਜਿਹਦੇ ਆਪਾਂ ਸੋਲੇ ਗਾਵਾਂਗੇ ਉਹ ਤੋਂ ਮਿਲ ਬਹੁਤ ਕੁਝ ਜਾਊਗਾ, ਪਰ ਥੋੜ੍ਹੇ ਚਿਰ ਵਾਸਤੇ ਹੋਊਗਾ। ਆਖਰ ਬੰਦਾ ਪਛਤਾਊਗਾ ਹੀ। ਸੋਲੇ ਗਾਉਣੇ ਆ ਤਾਂ ਉਹ ਵਾਹਿਗੁਰੂ ਦੇ ਗਾਓ, ਜੀ ਤੋਂ ਸਦਾ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਉ ਬਾਰੀ ਜਿਤ ਸੋਹਲੇ ਬਲਿਹਾਰ ਜਾਣੇ ਆ। ਗੁਰੂ ਬਾਬਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਜਿਹੜੇ ਇਸ ਤਰ੍ਹਾਂ ਦੇ ਸੋਲੇ ਗਾਉਂਦੇ ਆ, ਐਸੀ ਸਤ ਸੰਗਤ ਤੋਂ ਬਲਿਹਾਰ ਜਾਣਾ ਬਣਦਾ, ਸਦਾ ਸੁੱਖ ਹੋਏ ਤੇ ਸਦਾ ਦੇ ਸੁੱਖ ਦੀ ਜੀਵ ਨੂੰ ਪ੍ਰਾਪਤੀ ਹੋ ਜਾਂਦੀ ਹੈ। ਰਹਾਓ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇ ਬਣਹਾਰ। ਇੱਥੇ ਸਤ ਸੰਗਤ ਦੇ ਵਿੱਚ ਬੈਠ ਕੇ ਸਭ ਤੋਂ ਵੱਡੀ ਕੀ ਹੈ? ਕੰਧ ਵਿਚਾਲੇ ਹਉਮੈ। ਹਉਮੈ ਟੁੱਟਦੀ ਹੈ, ਤੇ ਹਉਮੈ ਟੁੱਟ ਕੇ ਜਦੋਂ ਟੁੱਟ ਜਾਂਦੀ ਹੈ ਹਉਮੈ, ਉਦੋਂ ਤਾਂ ਇੱਕ ਸੇਜ ਤੇ ਹੀ ਆਤਮਾ ਤੇ ਪ੍ਰਮਾਤਮਾ ਅੰਤਰਾਤਮੇ ਦੀ ਗੱਲ ਆ। ਇਹ ਜਿੱਦੇ ਹਉਮੈ ਦੀ ਦੀਵਾਰ ਟੁੱਟ ਗਈ, ਉਦਾਂ ਹੀ ਮਨੁੱਖ ਨੇ ਮੈਂ ਤੋਂ ਤੂੰ ਹੋ ਜਾਣਾ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਹੇ ਭਾਈ, ਤੂੰ ਆਪਣੀ ਕਿਸੇ ਵੀ ਗੱਲ ਦੀ ਹਉਮੈ ਨਾ ਲੈ ਕੇ ਆ। ਅਗਰ ਤੂੰ ਦਾਨ ਪੁੰਨ ਕਰਦਾ, ਅਗਰ ਕੋਈ ਵੀ ਚੰਗਾ ਕੰਮ ਕਰਦਾ, ਤੂੰ ਪਹਿਲਾਂ ਇਹ ਸੋਚ ਲਾ, ਉਹ ਵਾਹਿਗੁਰੂ ਨੇ ਤੈਨੂੰ ਸਵਾਸ ਦਿੱਤੇ ਆ, ਉਹ ਵਾਹਿਗੁਰੂ ਨੇ ਤੈਨੂੰ ਬੁੱਧੀ ਦਿੱਤੀ ਆ ਕਮਾਈ ਕਰਨ ਦੀ, ਤਾਂ ਉਹਦੇ ਵਿੱਚੋਂ ਤੂੰ ਤਿਲ ਫੁੱਲ ਜਿਹੜਾ ਦਾਨ ਕਰ ਰਿਹਾ। ਭਾਵ ਕਿ ਉਸੇ ਦਾ ਹੀ ਸਭ ਕੁਝ ਹੈ, ਉਸੇ ਦੇ ਦਿੱਤੇ ਚੋਂ ਹੀ ਤੂੰ ਜਿਹੜਾ ਹੈ ਮਾੜਾ ਮੋਟਾ ਤਿਲ ਫੁੱਲ ਕਰ ਰਿਹਾ। ਇਹਦੀ ਹਉਮੈ ਨਾ ਲੈ ਕੇ ਬਹਿ ਜੀ। ਉਲਟਾ ਇਹ ਨਾ ਹੋਵੇ ਕਿ ਪ੍ਰਮਾਤਮਾ ਵਾਹਿਗੁਰੂ ਤੋਂ ਤੇਰੀ ਅੰਦਰੋਂ ਹੋਰ ਬਿੱਥ ਪੈ ਜਾਵੇ। ਉਹ ਸੰਭਾਲਣਾ ਕਰਦਾ, ਤੂੰ ਕਿਹਨੂੰ ਦਾਨ ਦੇਣ ਵਾਲਾ। ਸੋਚ, ਆ ਸਾਰੀ ਧਰਤੀ ਹੋਈ ਜਿਹੜੀ ਇੱਕ ਗੋਲਾ, ਇਹ ਸਾਰੀ ਉਹ ਤੁਰੀ ਫਿਰਦੀ ਆ, ਸਾਰੀ ਉਹ ਜਿਹੜੀ ਆ ਘੁੰਮੀ ਜਾਂਦੀ ਆ, ਪਤਾ ਨਹੀਂ ਕੀ ਕੁਛ ਹੋਈ ਜਾਂਦਾ। ਤੇ ਉਹ ਸਾਰਾ ਕੁਝ ਬਣਾਉਣ ਵਾਲਾ ਕਿਵੇਂ ਸੂਰਜ ਆ, ਤੇ ਕਿਵੇਂ ਚੰਦ ਤਾਰੇ ਬਣੇ, ਕਿਵੇਂ ਦਿਨ ਰਾਤ ਬਣਦੇ ਆ, ਕਿਵੇਂ ਪ੍ਰਕਿਰਤੀ, ਉਹ ਬੰਦਿਆ, ਉਹ ਇਨਸਾਨ, ਤੂੰ ਛੱਡ ਦੇ ਆਪਣੀ ਹਉਮੈ। ਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਵਾਹਿਗੁਰੂ ਹੀ ਹੈ। ਇਹ ਸਮਝਾਉਣਾ ਚਾਹੁੰਦੇ ਆ ਗੁਰੂ ਬਾਬਾ ਜੀ। ਨਿਤ ਨਿਤ ਜੀ ਅੜੇ ਸੰਭਾਲੀਅਨ, ਉਹ ਨਿਤ ਤੋਂ ਨਿਤ ਜੀ ਅੜੇ ਜਿਹੜੇ ਨਵੇਂ ਤੋਂ ਨਵੇਂ ਜੀ ਪੈਦਾ ਕਰਦਾ, ਉਹਨਾਂ ਦੀ ਸੰਭਾਲਣਾ ਵੀ ਕਰਦਾ, ਤੇ ਜਿਹੜੇ ਪੈਦਾ ਕਰ ਦਿੱਤੇ ਧਰਤੀ ਤੇ ਆ ਗਏ ਉਹਨਾਂ ਦੀ ਸੰਭਾਲਣਾ ਵੀ ਕਰਦਾ। ਸਾਨੂੰ ਤਾਂ ਆਪਣੇ ਜੀਵਾਂ ਦਾ ਆਪਣੇ ਆਪ ਦਾ ਮਾੜਾ ਮੋਟਾ ਪਤਾ, ਉਹ ਪਰਮਾਤਮਾ ਦੀ ਪ੍ਰਕਿਰਤੀ ਜੇ ਆਪਾਂ ਡਿਸਕਵਰੀ ਦੇਖਦੇ ਹਾਂ ਤਾਂ ਪਤਾ ਲੱਗਦਾ ਕਿਹੋ ਜਿਹੇ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਆ। ਸਿਰ ਝੁਕਰਾ ਜਾਂਦਾ ਤੇ ਉਹਨਾਂ ਨੂੰ ਪਾਲਦਾ ਵੀ ਆ, ਤੇ ਉਹਨਾਂ ਨੂੰ ਰੋਜੀ ਰੋਟੀ ਵੀ ਦਿੰਦਾ। ਉਹ ਪਰਮਾਤਮਾ ਦੇ ਕਿੱਡੇ ਵੱਡੇ ਕੌਤਕ ਆ ਮੇਰੇ ਮਨਾ। ਆਪਣੀ ਹਉਮੈ ਛੱਡ ਦੇ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਉਹ ਦੇਖ ਵੀ ਰਿਹਾ ਉਹਨਾਂ ਨੂੰ, ਤੇ ਉਹਨਾਂ ਨੂੰ ਦਾਤਾ ਦੇ ਵੀ ਰਿਹਾ। ਉਹ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਹੀ ਆ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਤੇਰੇ ਦਾਨੈ, ਤੇਰਾ ਦਾਨ ਕੀਤਾ ਹੋਇਆ, ਭਾਵੇਂ ਤੂੰ ਦੁਨੀਆ ਦਾ ਮਟੀਰੀਅਲ ਵਰਲਡ ਦਾ ਦਾਨ ਜਿੰਨਾ ਮਰਜ਼ੀ ਕਰ ਦੇ, ਉਹ ਤਾਂ ਮਟੀਰੀਅਲ ਵਰਲਡ ਤੋਂ ਉੱਪਰ ਆ। ਉਹ ਤਾਂ ਅਸਲ ਦਾਨ ਮੰਗਦਾ। ਮਾਂ ਪਿਓ ਦੇ ਕੋਲ ਵੀ ਆਪਾਂ ਸਮਝ ਲਈਏ ਜਿੰਨੇ ਮਰਜ਼ੀ ਨੌਕਰ ਰੱਖ ਦਈਏ, ਜੋ ਮਰਜ਼ੀ ਕਰ ਲਈਏ, ਸੋਨੇ ਦੇ ਪਲੰਘ ਤੇ ਬਹਾ ਦਈਏ, ਪਰ ਜਿੰਨਾ ਚਿਰ ਉਹਨਾਂ ਕੋਲੇ ਬਹਿ ਕੇ ਦੁੱਖ ਸੁੱਖ ਨਹੀਂ ਕਰਦੇ ਨਾ, ਗੱਲ ਨਹੀਂ ਬਣਦੀ। ਸੋ ਉਹ ਸਾਰਾ ਦਾਨ ਆ, ਸਾਰਾ ਕੁਝ ਕੀਤਾ ਹੋਇਆ, ਜੋ ਵੀ ਦਿਨਾ ਉਹ ਪ੍ਰਮਾਤਮਾ ਦਾ ਹੀ ਹੈ। ਅਸਲ ਦਾਨ ਕੀ ਹੈ? ਤਾਂ ਉਹਦੀ ਸ਼ਰਨ ਦੇ ਵਿੱਚ ਬੈਠ, ਅੰਮ੍ਰਿਤ ਵੇਲੇ ਆਪਣਾ ਸਮਾਂ ਕੱਢ, ਸਮਾਂ ਲਾ। ਜਿਵੇਂ ਮਾਂ ਪਿਓ ਦੇ ਨਾਲ ਹੁਣ ਬਾਹਰ ਦੀ ਪ੍ਰੋਬਲਮ ਅਸਲ ਕੀ ਹੈ? ਬੱਚੇ ਆਖੇ ਨਹੀਂ ਲੱਗਦੇ, ਬੱਚਿਆਂ ਦਾ ਪਿਆਰ ਨਹੀਂ।
ਕਿਉਂਕਿ ਸਾਡੇ ਤਾਂ ਇੱਥੇ ਵੱਡੇ ਹੋਣ ਤੱਕ ਮੋਢਿਆਂ ਤੇ ਲਿਟਦੇ ਆ, ਨਾਲ ਦੀ ਨਾਲ ਤਿਉ ਬਣਿਆ ਰਹਿੰਦਾ। ਮਾਂ ਪਿਓ ਪਹਿਲਾ ਸਮਾਂ ਬੱਚਿਆਂ ਵਾਸਤੇ ਕੱਢਦਾ, ਫਿਰ ਬੱਚੇ ਉਲਟ ਦੇ ਵਿੱਚ ਮਾਂ ਪਿਓ ਵਾਸਤੇ ਵੀ ਸਮਾਂ ਕੱਢਦੇ ਆ। ਉੱਥੇ ਨਾ ਮਾਂ ਪਿਓ ਦਾ ਸਮਾਂ ਨਾ ਬੱਚਿਆਂ ਦਾ। ਇਸ ਤਰ੍ਹਾਂ ਜਿਹੜਾ ਅਸੀਂ ਗੁਰੂ ਦੇ ਨਾਲ ਪਿਆਰ ਵੀ ਸਾਡਾ ਆਈ ਵਧਣਾ। ਮੱਥਾ ਟੇਕ ਕੇ ਗੱਲ ਨਹੀਂ ਬਣਨੀ। ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਹੀ ਫਰਮਾਨ ਆ ਬਈ ਮੱਥਾ ਟੇਕਣ ਨਾਲ ਨਹੀਂ ਕੋਈ ਬਣਦੀ ਗੱਲ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਸੋ ਇਹ ਅਸਲ ਦਾਨ ਕੀ ਹੈ? ਆਪਣਾ ਸਮਾਂ ਕੱਢ ਕੇ ਬਹਿਣਾ, ਗੁਰੂ ਜੀ ਦੇ ਕੋਲ ਬਹਿਣਾ, ਗੁਰੂ ਜੀ ਨੂੰ ਹਾਜ਼ਰ ਨਾਜ਼ਰ ਮੰਨਣਾ। ਹੁਣ ਕੌਣ ਸਮਝਾ ਰਹੇ ਆ? ਗੁਰੂ ਬਾਬਾ ਜੀ ਸਮਝਾ ਰਹੇ ਆ। ਬਸ ਬੋਲਣ ਵਾਲਾ ਤਾਂ ਇੱਕ ਸਪੀਕਰ ਦੀ ਨਿਆਈ ਹੈ, ਜਾਂ ਮਾੜਾ ਮੋਟਾ ਵਿਖਿਆਨ ਕਰਕੇ ਆਪਣੀ ਬੁੱਧੀ ਮੁਤਾਬਕ ਸਮਝਾ ਸਕਦਾ। ਸਾਰੀ ਕਿਰਪਾ ਸਾਰਾ ਕੁਝ ਉਹ ਪ੍ਰਮਾਤਮਾ ਵਾਹਿਗੁਰੂ ਦਾ ਹੀ ਆ। ਹੇ ਜੀਵ, ਤੂੰ ਕੁਛ ਵੀ ਚੀਜ਼ ਨਹੀਂ ਉਹ ਵਾਹਿਗੁਰੂ ਦੇ ਸਾਹਮਣੇ। ਇਸ ਕਰਕੇ ਤੂੰ ਆਪਣੇ ਦਾਨ ਦੀ, ਤੇਰੇ ਦਾਨ ਹੈ, ਕੀਮਤ ਨਾ ਪਵੇ। ਤੂੰ ਥੋੜਾ ਬਹੁਤਾ ਦਾਨ ਕਰ ਦੇਗਾ, ਇੱਕ ਅੱਧਾ ਮਹੀਨਾ, ਮਾਘ ਦਾ ਮਹੀਨਾ ਮੰਨ ਲਓ ਤੂੰ ਤਿਲ ਚੋਲੀ ਪਾ ਦੇਗਾ, ਫਿਰ ਉਦੋਂ ਬਾਅਦ ਦੇ ਵਿੱਚ ਹੋਰ ਲੱਖਾਂ ਹੀ ਪਤਾ ਨਹੀਂ ਕਿੰਨੇ ਜੀਵ ਆ, ਕੀ ਕੁਝ ਆ। ਇਹ ਮਾੜੇ ਮੋਟੇ ਦਾਨ ਦੀ ਤੇਰੀ ਕੀਮਤ ਨਹੀਂ ਹੈ, ਉਲਟਾ ਤੈਨੂੰ ਹੰਕਾਰ ਹੋ ਜਾਣਾ। ਇਸ ਕਰਕੇ ਇਹ ਜੀਵ ਉਹੀ ਸਮਾਂ ਪ੍ਰਮਾਤਮਾ ਨੂੰ ਜਾਣਨ ਵਾਸਤੇ ਕੱਢ, ਉਹੀ ਗੁਰਬਾਣੀ ਪੜ੍ਹਨ ਸੁਣਨ ਸਮਝਣ ਵਾਸਤੇ ਕੱਢ। ਤੇਰੇ ਦਾਨ ਹੈ, ਕੀਮਤ ਨਾ ਪਵੇ। ਤੇਰੇ ਮਾੜੇ ਮੋਟੇ ਦਾਨ ਦੀ ਕੋਈ ਦਰਗਾਹ ਦੇ ਵਿੱਚ ਕੀਮਤ ਨਹੀਂ ਪੈਣੀ ਭਾਈ। ਤਿਸ ਦਾਤੇ ਕਵਣ ਸ਼ੁਮਾਰ। ਉਹ ਦਾਤੇ ਦੀਆਂ ਕਿੱਡੀਆਂ ਕਿੱਡੀਆਂ ਦਾਤਾਂ, ਕਿੱਡਾ ਕਿੱਡਾ ਦਾਨ ਦੇ ਰਿਹਾ, ਸ਼ੁਮਾਰ ਹੁੰਦਾ, ਗਿਣਤੀ ਕੋਈ ਗਿਣਤੀ ਨਹੀਂ ਹੈ। ਕਿੰਨੇ ਜੀਵਾਂ ਨੂੰ ਸਵਾਸ ਦੇ ਰਿਹਾ, ਕਿੰਨੇ ਜੀਵਾਂ ਨੂੰ ਜ਼ਿੰਦਗੀ ਦਿੱਤੀ ਹੋਈ ਆ ਵਾਹਿਗੁਰੂ ਨੇ, ਖਾਣਾ ਪਹੁੰਚਾ ਰਿਹਾ ਪੱਥਰ ਦੇ ਵਿੱਚ ਵੀ। ਉਹਦੇ ਸਾਹਮਣੇ ਤੂੰ ਕੀ ਚੀਜ਼ ਆ? ਐ ਮਨੁੱਖ, ਆਪਣੀ ਹਉਮੈ ਨੂੰ ਕੱਢ ਦੇ, ਆਪਣੀ ਹਉਮੈ ਨੂੰ ਸੁੱਟ ਦੇ। ਜੋ ਵੀ ਤੂੰ ਕਰਦਾ ਜਾਂ ਤੇ ਤੂੰ ਕੋਈ ਚੰਗਾ ਕੰਮ ਹੁੰਦਾ, ਤੂੰ ਉਹਦੇ ਵਿੱਚ ਵੀ ਉਹ ਵਾਹਿਗੁਰੂ ਨੂੰ ਹੀ ਰੱਖ ਕਿ ਹੇ ਵਾਹਿਗੁਰੂ ਤੇਰੀ ਕਿਰਪਾ ਸੀ ਤੈਂ ਮੇਰੇ ਤੋਂ ਇਹ ਕਰਾ ਲਿਆ। ਆਹ ਉਪਰਾਲਾ ਜਿਹੜਾ ਆਪਾਂ ਬਾਣੀ ਸਮਝਣ ਦਾ ਕੀਤਾ, ਇਹ ਆਪਣਾ ਕੋਈ ਉਪਰਾਲਾ ਨਹੀਂ ਗੁਰਮੁਖ ਪਿਆਰਿਓ। ਉਹ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਆਪਾਂ ਇਹ ਜਿਹੜਾ ਸਮਝ ਰਹੇ ਹਾਂ। ਉਹ ਦਾਤੇ ਦੀਆਂ ਦਾਤਾਂ, ਉਹਦੇ ਸ਼ੁਮਾਰ, ਉਹ ਕਿੰਨਾ ਕੁਝ ਦੇ ਰਿਹਾ, ਨਹੀਂ ਕੀਮਤ। ਤੇਰੇ ਦਾਨ ਦੀ ਕੁਝ ਵੀ ਕੀਮਤ ਨਹੀਂ। ਦਰਗਾਹ ਦੇ ਵਿੱਚ ਐਵੇਂ ਮਨਾ ਹਉਮੈ ਨਾ ਕਰ ਬੈਠੀ। ਸੰਬਤ ਸ਼ਾਹ ਲਿਖਿਆ ਮਿਲ ਕਰ ਪਾਵੋ ਤੇਲ। ਉਧਰ ਫਿਰ ਜਿਸ ਤਰ੍ਹਾਂ ਆਪਾਂ ਸਮਝਿਆ ਕਿ ਬੀਬੀ ਨੂੰ, ਬੱਚੀ ਨੂੰ ਜਿਹੜਾ ਹੈ ਸ਼ਾਹਾ ਲਿਖਿਆ ਜਾਂਦਾ, ਸੰਬਤ ਉਹਦੇ ਨਾਲ ਬਣ ਜਾਂਦਾ, ਜਿਹੜਾ ਸ਼ਾਹਾ ਬਣ ਜਾਂਦਾ ਸਾਰਾ। ਅਸਲ ਦੇ ਵਿੱਚ ਲਿਖਿਆ ਜਾਂਦਾ ਮੌਤ ਨਾਲ ਸ਼ਾਹਾ ਬਣ ਜਾਂਦਾ। ਆਤਮਿਕ ਮੌਤ ਹੁੰਦੀ ਹੈ, ਭਾਵ ਜਿਵੇਂ ਕਹਿ ਲਈਏ ਵੀ ਵਿਕਾਰਾਂ ਵਾਲੇ ਪਾਸਿਓਂ ਮਨੁੱਖ ਦੇ ਮਨ ਨੇ ਮਰ ਕੇ ਨਵੀਂ ਜ਼ਿੰਦਗੀ ਪ੍ਰਾਪਤ ਕਰਨੀ ਹੁੰਦੀ ਹੈ। ਇਹ ਸੰਬਤ ਸਾਹਾ ਜੀਵ ਆਤਮਾ ਦਾ, ਜਿਵੇਂ ਬੀਬੀ ਘਰ ਛੱਡ ਕੇ ਦੂਜੇ ਸਹੁਰੇ ਘਰ ਵਿੱਚ ਚਲੀ ਜਾਂਦੀ ਹੈ, ਇਸੇ ਤਰ੍ਹਾਂ ਇਹ ਜੀਵ ਆਤਮਾ ਵੀ ਲੋਕ ਨੂੰ ਛੱਡ ਕੇ ਪ੍ਰਲੋਕ ਦੇ ਵਿੱਚ ਚਲੀ ਜਾਂਦੀ ਹੈ। ਭਾਵ ਇਹ ਸੰਸਾਰੀ ਵਿਕਾਰਾਂ ਨੂੰ ਛੱਡ ਕੇ ਪਰਮਾਤਮਾ ਵਾਲੇ ਖਾਨੇ ਦੇ ਵਿੱਚ ਪਹੁੰਚ ਜਾਂਦੀ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਜਿਵੇਂ ਚਾਚੀਆਂ ਤਾਈਆਂ ਉਹ ਬੱਚੀ ਦੇ ਸਿਰ ਦੇ ਉੱਪਰ ਤੇਲ ਪਾਉਂਦੀਆਂ, ਉਤੇ ਨਲੇ ਗੀਤ ਗਾਉਂਦੀਆਂ, ਹੇ ਸਤ ਸੰਗੀ ਸੱਜਣੋ ਮੇਰਾ ਵੀ ਸ਼ਾਹਾ ਉਹ ਵਾਹਿਗੁਰੂ ਪਰਮਾਤਮਾ ਦੇ ਨਾਲ, ਮੇਰੀ ਆਤਮਾ ਦਾ ਪਰਮਾਤਮਾ ਦੇ ਨਾਲ ਵਿਆਹ ਹੋਣ ਲੱਗਿਆ। ਲਾ ਸ਼ਾਹਾ ਲਿਖਿਆ ਗਿਆ, ਸੰਗਤ ਦੇ ਵਿੱਚ ਬੈਠਿਆ ਬੈਠਿਆਂ ਸੰਜੋਗ ਉਗੜਿਆ ਉਹ ਵਾਹਿਗੁਰੂ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲ ਕਰ ਪਾਵੋ ਤੇਲ। ਜਿਵੇਂ ਮਿਲ ਕੇ ਬਾਹਰਲਾ ਤੇਲ ਪਾਉਂਦੀਆਂ, ਆਓ ਸਤ ਸੰਗੀ ਸੱਜਣੋ ਮੇਰੇ ਦਿਮਾਗ ਦੇ ਵਿੱਚ, ਮੇਰੇ ਖੋਖਲੇ ਮਨ ਦੇ ਵਿੱਚ ਆਤਮਿਕ ਗਿਆਨ ਦਾ ਤੇਲ ਪਾਓ ਭਾਈ। ਆਓ ਮੇਰਾ ਮਨ ਕੁਝ ਨਾ ਕੁਝ ਮੇਰੇ ਸਿਰ ਨੂੰ ਤੇਲ ਲਾਓ, ਜਿਵੇਂ ਬੀਬੀ ਦੇ ਸਿਰ ਨੂੰ ਤੇਲ ਲਾਉਂਦੀਆਂ। ਆਓ ਮੈਂ ਵੀ ਉਹ ਪਰਮਾਤਮਾ ਵਾਹਿਗੁਰੂ ਵੱਲ ਨੂੰ ਚੱਲਾ। ਭਾਵ ਆਤਮਿਕ ਅਰਥ ਇਹ ਹੈ ਕਿ ਜੀਵ ਆਤਮਾ ਪਰਮਾਤਮਾ ਵੱਲ ਨੂੰ ਚੱਲੀ ਹੈ। ਜਿਵੇਂ ਬੱਚੀ ਦੇ ਤੇਲ ਲਾਇਆ ਜਾਂਦਾ, ਗੀਤ ਗਾਏ ਜਾਂਦੇ ਆ, ਆਓ ਸਤ ਸੰਗੀ ਸੱਜਣੋ ਮੇਰੇ ਗਿਆਨ ਦਾ ਤੇਲ, ਬਾਣੀ ਦਾ ਤੇਲ, ਪਰਮਾਤਮਾ ਵਾਹਿਗੁਰੂ ਦੇ ਵਿਚਾਰਾਂ ਦਾ ਤੇਲ ਸਿਰ ਦੇ ਵਿੱਚ, ਦਿਮਾਗ ਦੇ ਵਿੱਚ ਪਾਓ ਭਾਈ। ਦੇਹੋ ਸੱਜਣ ਅਸੀਸੜੀਆਂ
ਜਿਉ ਹੋਵੈ ਸਾਹਿਬ ਸਿਉ ਮੇਲ। हे ਸੱਜਣੋ, हे ਗੁਰਮੁਖ ਪਿਆਰਿਓ, ਜਿੰਨੇ ਵੀ ਹੈ ਆਪਾਂ ਸਾਰੇ ਜਾਣੇ ਜਿੰਨੇ ਵੀ ਸੱਚ ਤੇ ਚੱਲਣ ਵਾਲੇ ਗੁਰਮੁਖੋ, हे ਸੱਜਣੋ, ਦੇਹੋ ਅਸੀਸੜੀਆਂ, ਮੈਨੂੰ ਸਗੋਂ ਤੁਸੀਂ ਅਸੀਸਾਂ ਦੇਵੋ। ਜਿਉ ਹੋਵੈ ਸਾਹਿਬ ਸਿਉ ਮੇਲ, ਕਿਉਂਕਿ ਮੈਂ ਉਹ ਸਾਹਿਬ ਪਤੀ ਪਰਮਾਤਮਾ ਨਾਲ, ਉਧਰ ਵੀ ਬੱਚੀ ਕਹਿੰਦੀ ਆ ਨਾ, ਤੁਸੀਂ ਮੈਨੂੰ ਡਰਾਓ ਨਾ, ਤੁਸੀਂ ਮੈਨੂੰ ਸੀਸਾਂ ਦੇਵੋ ਤਾਂ ਕਿ ਮੇਰਾ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋਵੇ। ਮੈਂ ਕਿਵੇਂ ਸਹੁਰੇ ਘਰ ਦੇ ਵਿੱਚ ਰਹਾਂ, ਮੈਨੂੰ ਇਹ ਗੱਲਾਂ ਸਮਝਾਓ। हे ਸਤ ਸੰਗੀ ਸੱਜਣੋ, हे ਮਿਲੇ ਹੋਏ ਸੱਜਣੋ, हे ਸਾਤੋਂ ਅੱਗੇ ਦੇ ਗੁਰਮੁਖ ਪਿਆਰਿਓ, ਸਾਨੂੰ ਵੀ ਨਵਿਆਂ ਨੂੰ, ਸਾਨੂੰ ਵੀ ਗਰੀਬਾਂ ਨੂੰ, ਨਿਮਾਣਿਆਂ ਨੂੰ, ਨਤਾਣਿਆਂ ਨੂੰ ਸੀਸਾਂ ਦੇ ਦਿਓ, ਸਾਡਾ ਵੀ ਮਿਲਾਪ ਹੋ ਜਾਵੇ ਵਾਹਿਗੁਰੂ ਦੇ ਨਾਲ। ਜਿਉ ਹੋਵੈ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਘਰ ਘਰ ਦੇ ਵਿੱਚ, ਹਰ ਹਿਰਦੇ ਦੇ ਵਿੱਚ ਇਹ ਪਹੁੰਚਾ। ਇਹ ਜਿਹੜਾ ਪ੍ਰਮਾਤਮਾ ਦੀ ਮੌਤ ਦਾ ਚਲੇ ਸਭ ਨੇ ਜਾਣਾ ਭਾਈ, ਗੁਰਮੁਖ ਨੇ ਵੀ ਚਲੇ ਜਾਣਾ ਤੇ ਮਨਮੁਖ ਨੇ ਵੀ ਚਲੇ ਜਾਣਾ। ਇੱਥੇ ਸਰੀਰਾਂ ਦੀ ਗੱਲ ਨਹੀਂ ਚੱਲ ਰਹੀ, ਇੱਥੇ ਮਨਾਂ ਨੂੰ ਸਮਝਾਇਆ ਜਾ ਰਿਹਾ, ਅੰਦਰਲੀ ਗੱਲ ਹੋ ਰਹੀ ਹੈ। ਜਿਹੜਾ ਬਾਹਰਲਾ ਨਾ, ਬਾਹਰਲਾ ਤਾਂ ਮੰਨ ਲਓ 70 ਸਾਲ ਆ, 70 ਸਾਲ ਹੀ ਗੁਰਮੁਖ ਕੋਲੇ ਆ ਤੇ 70 ਸਾਲ ਹੀ ਮਨਮੁਖ ਕੋਲੇ ਆ। ਜੀਵਨ ਆ ਜਿਹੜਾ ਬਾਹਰਲਾ ਤਾਂ ਇੱਕੋ ਜਿਹਾ ਹੀ ਹੈ ਸਾਰਾ ਕੁਝ, ਪਰ ਬਦਲਾਵ ਕੀ ਹੋਣਾ ਅੰਦਰੋਂ, ਜਿਹੜਾ ਘਾੜਤ ਘੜੀ ਜਾਣੀ ਹੈ ਅੰਦਰੋਂ। ਸਰੀਰ ਜਿਹੜੀ ਮੇਰੀ ਬੁਰੀ ਘਾੜਤ, ਮਨ ਨੇ ਇੱਕ ਸਰੀਰ ਬਣਾਇਆ ਹੋਇਆ। ਇੱਕ ਤਾਂ ਸਾਡਾ ਸਥੂਲ ਸਰੀਰ ਆ ਨਾ, ਇੱਕ ਮਨ ਨੇ ਆਪਦੇ ਅੰਗ ਪਤੰਗ ਸਾਰਾ ਸਰੀਰ ਪੂਰੇ ਦਾ ਪੂਰਾ ਬਣਾ ਕੇ ਬੈਠਾ, ਆਪਦਾ ਰਾਜ ਬਣਾ ਕੇ ਬੈਠਾ। ਉਹ ਸਾਰਾ ਕੁਝ ਟੁੱਟਣਾ ਵਾ, ਉਹਦੀ ਮੌਤ ਹੋਣੀ ਹੈ ਤੇ ਅੱਗੋਂ ਨਵਾਂ ਘਰ ਬਣਨਾ। ਸੋ ਇਹ ਘਰ ਘਰ ਵਿੱਚ ਇਹ ਪਹੁੰਚਾ, ਸਾਰੇ ਮੌਤ ਦੇ ਸੱਦੇ ਪੈ ਰਹੇ ਆ। ਇਸ ਤੋਂ ਪਹਿਲਾਂ ਕਿ ਮੇਰੀ ਸਰੀਰਕ ਮੌਤ ਹੋ ਜਾਵੇ, ਮੈਂ ਆਪਣੇ ਮਨ ਵਿਕਾਰਾਂ ਵਾਲੇ ਪਾਸਿਓਂ ਮਾਰ ਕੇ, ਮਨ ਦੀ ਮੌਤ ਕਰਕੇ ਮੈਂ ਸਤਿਗੁਰ ਕੈ ਜਨਮੈ ਗਗਨ ਮਟਾਇਆ ਵਾਲਾ ਕਾਰਜ ਕਰਨਾ। ਇਹ ਆਹਰ ਕਰਨਾ ਭਾਈ, ਨਹੀਂ ਤਾਂ ਘਰ ਘਰ ਵਿੱਚ ਮੌਤ ਦੇ ਸੱਦੇ ਆ ਰਹੇ ਆ, ਪਤਾ ਨਹੀਂ ਕਦੋਂ ਸੱਦਾ ਆ ਜਾਣਾ। ਕਿਉਂਕਿ ਅੱਜ ਕੱਲ੍ਹ ਤਾਂ ਕੋਈ ਬਹੁਤਾ ਕੋਈ ਵੱਡੀਆਂ ਗੱਲਾਂ ਵੀ ਹੈ ਨਹੀਂ ਗੁਰਮੁਖ ਪਿਆਰਿਓ, ਸਿਰਫ ਸਾਹ ਸਿੱਧਾ ਹੀ ਬੰਦ ਹੋ ਜਾਂਦਾ, ਹਾਰਟ ਅਟੈਕ ਹੀ ਕਹਿ ਦਿੰਦੇ ਆ ਬਸ। ਇਹ ਘਰ ਘਰ ਵਿੱਚ ਹੋ ਰਿਹਾ ਕਿ ਇਸ ਤੋਂ ਪਹਿਲਾਂ ਕਿ ਮੈਂ ਇਹ ਕਲਾ ਕਲੇਸ਼ ਦੇ ਵਿੱਚ ਜੋ ਮੇਰੇ ਮਨ ਦੇ ਵਿੱਚ ਚੱਲ ਰਿਹਾ, ਕਿਉਂਕਿ ਮਨ ਦੇ ਮੁਤਾਬਕ ਹੀ ਅੱਗੇ ਵਾਲਾ ਜਿਹੜਾ ਜੀਵਨ ਕਹਿੰਦੇ ਆ ਪ੍ਰਾਪਤ ਹੋਣਾ। ਜੇ ਅੱਜ ਮਨ ਸ਼ਾਂਤ ਆ ਨਾ, ਦੇਖੋ ਗੁਰਮੁਖ ਪਿਆਰਿਓ, ਜਿਸ ਬੱਚੇ ਨੇ ਸਕੂਲ ਦਾ ਕੰਮ ਕੀਤਾ ਹੋਇਆ ਉਹਨੂੰ ਕੋਈ ਡਰ ਨਹੀਂ ਜਦੋਂ ਮਰਜ਼ੀ ਸਕੂਲ ਖੁੱਲ੍ਹ ਜਾਣ, ਤੇ ਜਿਸ ਬੱਚੇ ਨੇ ਸਕੂਲ ਦਾ ਕੰਮ ਨਹੀਂ ਕੀਤਾ ਉਹ ਬਹਾਨਾ ਇਹ ਲਾਊ ਵੀ 2 ਦਿਨ ਹੋਰ ਬੰਦ ਰਹੇ, ਕੋਈ ਨਾ ਕੋਈ ਘਟਨਾ ਘਟ ਜਾਵੇ, ਕੋਈ ਨਾ ਕੋਈ ਗੱਲ ਬਣ ਜਾਵੇ, ਕੋਈ ਮਾਸਟਰ ਬਿਮਾਰ ਹੋ ਜਾਵੇ, 2 ਦਿਨ ਹੋਰ ਬੰਦ ਹੋ ਜਾਵੇ। ਉਹ ਕਾਰਨ ਕੀ ਹੈ ਅਸਲ? ਜੇ ਆਪਾਂ ਉਹ ਬੱਚਾ ਫਿਰ ਸਕੂਲ ਨੂੰ ਤੋਰੀਏ, ਡਰਦਾ ਜਾਂਦਾ ਵੀ ਨਹੀਂ, ਉਹਦੀਆਂ ਲੱਤਾਂ ਵੀ ਕੰਬਦੀਆਂ। ਕਿਉਂ? ਕਿਉਂਕਿ ਇਹਨੇ ਸਕੂਲ ਦਾ ਕੰਮ ਨਹੀਂ ਕੀਤਾ। ਜਿਸ ਬੱਚੇ ਨੇ ਸਕੂਲ ਦਾ ਕੰਮ ਪੂਰਾ ਕੀਤਾ ਉਹ ਕਹਿੰਦਾ ਜਦੋਂ ਮਰਜ਼ੀ ਖੁੱਲ੍ਹ ਜਾਣ, ਉਹ ਹੱਸ ਕੇ ਜਾਂਦਾ। ਇਸੇ ਤਰ੍ਹਾਂ ਜਿਸ ਬੰਦੇ ਨੇ ਆਪਣਾ ਜੀਵਨ ਵਧੀਆ ਬਤੀਤ ਕੀਤਾ ਉਹਨੂੰ ਬਾਹਰਲੀ ਮੌਤ ਦਾ ਵੀ ਕੋਈ ਡਰ ਨਹੀਂ, ਉਹਨੂੰ ਪਤਾ ਹੀ ਆ ਵੀ ਇੱਕ ਦਿਨ ਆਉਣੀ ਆਉਣੀ ਹੈ, ਮੈਂ ਸਦਾ ਨਹੀਂ ਇੱਥੇ ਬੈਠਾ ਰਹਿਣਾ। ਉਹ ਨਹੀਂ ਡਰਦੇ। ਤੇ ਇਹ ਜਿਹੜਾ ਹੈ ਜਦੋਂ ਆਪਣਾ ਕੰਮ ਨਹੀਂ ਕੀਤਾ ਹੁੰਦਾ, ਭਾਵ ਜਦੋਂ ਬੁਰੇ ਕੰਮਾਂ ਦੇ ਵਿੱਚ ਮਨੁੱਖ ਫਸਿਆ ਹੁੰਦਾ, ਫਿਰ ਜਦੋਂ ਮੌਤ ਦੇ ਜਿਉਂ-ਜਿਉਂ ਨੇੜੇ ਜਾਂਦਾ ਤੇ ਉਹ ਤੋਂ ਅੰਦਰੋਂ ਹੌਲ ਪੈਂਦੇ ਆ, ਫਿਰ ਬੰਦਾ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਦਾ। ਉਹ ਵੇਲਾ, ਉਹ ਸਮਾਂ ਲੰਘ ਚੁੱਕਿਆ ਹੁੰਦਾ। ਗੁਰੂ ਬਾਬਾ ਜੀ ਰਹਿੰਦੇ ਸਮੇਂ ਸਾਨੂੰ ਜਗਾਉਣਾ ਚਾਹੁੰਦੇ ਆ। ਗੁਰਮੁਖ ਪਿਆਰਿਓ, ਇੱਕ ਸੁਪਨਾ ਉਹ ਹੁੰਦਾ ਜੋ ਅੱਖਾਂ ਬੰਦ ਤੋਂ ਆਉਂਦਾ, ਤੇ ਇੱਕ ਸੁਪਨਾ ਉਹ ਹੁੰਦਾ ਜੋ ਅੱਖਾਂ ਖੁੱਲੀਆਂ ਤੋਂ ਆਉਂਦਾ। ਜਿਹੜਾ ਅੱਖਾਂ ਬੰਦ ਤੋਂ ਆਉਂਦਾ ਉਹ ਅੱਖਾਂ ਖੁੱਲੀਆਂ ਤੋਂ ਖਤਮ ਹੋ ਜਾਂਦਾ, ਚਲੇ ਜਾਂਦਾ। ਤੇ ਜਿਹੜਾ ਅੱਖਾਂ ਖੁੱਲੀਆਂ ਤੋਂ ਆਉਂਦਾ ਨਾ ਸੁਪਨਾ ਮਾਇਆ ਦਾ, ਉਹ ਫਿਰ ਜਦੋਂ ਅੱਖਾਂ ਬੰਦ ਹੋਣ ਲੱਗਦੀਆਂ ਨਾ ਉਦੋਂ ਟੁੱਟਣਾ ਸ਼ੁਰੂ ਹੁੰਦਾ। ਫਿਰ ਪਛਤਾਵਾ ਬੰਦੇ ਨੂੰ, ਉਹ ਜਿਹੜਾ ਸਮਾਂ ਅਖੀਰ ਦਾ ਜਿਹੜਾ ਸਾਰੀ ਫਿਲਮ ਦੇ ਵਾਂਗੂ ਜਦੋਂ ਸਾਹਮਣੇ ਆ ਜਾਂਦਾ, ਫੇਰ ਔਖਾ। ਜੇ ਆਪਾਂ ਹੁਣੇ ਰਹਿੰਦੇ ਸਮੇਂ 'ਚ ਹੀ ਆਪਾਂ ਆਪਣੇ ਆਪ ਨੂੰ ਬੰਦਾ ਬਣਾ ਲਈਏ, ਆਪਾਂ ਇੱਕ ਇੱਕ ਤੀਲਾ ਇਕੱਠਾ ਕਰਦੇ, ਦੇਖੋ ਝਾੜੂ ਬਣ ਜਾਂਦਾ, ਝਾੜੂ ਦੇ ਨਾਲ ਪੂਰਾ ਘਰ ਸਾਫ਼ ਹੋ ਜਾਂਦਾ। ਇਸੇ ਤਰ੍ਹਾਂ ਇੱਕ ਇੱਕ ਕਰਮ, ਚੰਗਾ ਕਰਮ ਲੱਗੀਏ,
ਕਰਨ ਲੱਗੀਏ ਤੇ ਬੁਰੇ ਕੰਮਾਂ ਤੋਂ ਬਚਣ ਲੱਗੀਏ। ਇਹ ਆਪਣੇ ਆਪ ਤੇ ਕਰਨ ਵਾਲਾ ਕੰਮ ਆ। ਇਹ ਗਿਆਨ ਧਿਆਨ ਜੋ ਵੀ ਹੈ ਕਿਸੇ ਨੂੰ ਦੇਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਵੀ ਗਿਆਨ ਬਈ ਬੜਾ ਗਿਆਨੀ ਆ, ਨਹੀਂ, ਇਹ ਆਪਣੇ ਆਪ ਤੇ ਟਿਕਾਉਣ ਦੀਆਂ ਗੱਲਾਂ। ਫਰੀਦਾ ਆਪ ਸਵਾਰ ਹੈ, ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ। ਉਹ ਆਨੰਦ ਦਾ ਜੀਵਨ ਅਸੀਂ ਗੁਰਮੁਖਾਂ ਵਾਲਾ ਜਿਉਣ ਵਾਲੇ ਬਣੀਏ ਭਾਈ, ਨਹੀਂ ਤਾਂ ਸੱਦੇ ਕਰ ਕਰ ਇਹ ਪਹੁੰਚ ਰਹੇ ਆ। ਕਰ ਕਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਉਹ ਸੱਦਣ ਹਾਰੇ ਨੂੰ ਸਿਮਰੀਏ। ਨਿਤ ਜਿਹੜੀਆਂ ਸਰੀਰਕ ਮੌਤਾਂ ਇਹ ਹੋ ਰਹੀਆਂ, ਸੋ ਉਹਨੂੰ ਸਿਮਰਨਾ ਕਿਹਨੂੰ ਆ? ਜਿਹੜੀ ਮੌਤ ਆ। ਹੁਣ ਮੌਤ ਆ ਕੇ ਲੈ ਕੇ ਜਾਂਦੀ ਹੈ, ਜਮ ਆਪਾਂ ਕਹਿ ਲਈਏ, ਕਾਲ ਕਹਿ ਲਈਏ, ਕੁਝ ਵੀ ਕਹਿ ਲਈਏ, ਇਹ ਵੀ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਆ। ਜੇ ਉਹ ਵਾਹਿਗੁਰੂ ਦਾ ਹੁਕਮ ਨਹੀਂ ਨਾ, ਮੌਤ ਨੇੜਿਓਂ ਆ ਕੇ ਤੁਹਾਨੂੰ ਟੱਚ ਕਰਕੇ ਵੀ ਮੁੜ ਸਕਦੀ ਹੈ। ਆਪਾਂ ਬੇਹੋਸ਼ ਵੀ ਹੋ ਸਕਦੇ ਹਾਂ, ਉਦੋਂ ਬਾਅਦ ਮੌਤ ਦਾ ਬਿਲਕੁਲ ਬੁੱਕਲ 'ਚ ਵੀ ਹੁੰਦੇ ਆ ਤਾਂ ਵੀ ਬਚ ਸਕਦੇ ਆ ਜੇ ਉਹ ਵਾਹਿਗੁਰੂ ਦੀ ਕਿਰਪਾ ਤਾਂ। ਫਿਰ ਉਹਦੇ ਹੁਕਮ ਦੇ ਵਿੱਚ ਆ। ਜੇ ਆਉਣਾ, ਆਪਾਂ ਕਹਿੰਦੇ ਆ ਵੀ ਹੀਲੇ ਨਾਲ ਵਸੀਲਾ ਬਣ ਗਿਆ, ਭਾਵ ਅਰਥ ਜੇ ਆਉਂਦੀ ਵੀ ਆ ਉਹ ਹੁਕਮ ਵਿੱਚ ਆ। ਜਿਹਦੇ ਹੁਕਮ 'ਚ ਆਉਂਦੀ ਆ, ਜੇ ਉਹਨੂੰ ਸਿਮਰ ਲਈਏ, ਜੇ ਉਹਨੂੰ ਯਾਦ ਕਰ ਲਈਏ, ਫਿਰ ਕਿਵੇਂ ਲੈ ਕੇ ਜਾਊ? ਫਿਰ ਆਪਣੇ ਬੱਚਿਆਂ ਵਾਂਗੂ ਲੈ ਕੇ ਜਾਊ। ਮੌਤ ਨੇ ਲੈ ਕੇ ਜਾਣਾ ਹੀ ਆ। ਜਿਵੇਂ ਬਿੱਲੀ ਆ, ਬਿੱਲੀ ਹੁਣ ਜਦੋਂ ਚੂਹੇ ਨੂੰ ਪਕੜਦੀ ਆ ਤਾਂ ਕੜਕ ਦੇਣੇ ਐਨ ਹੱਡੀਆਂ ਕੜਕ ਕੜਕ ਕਰ ਦਿੰਦੀ ਹੈ। ਅਤੇ ਜਦੋਂ ਬਿੱਲੀ ਆਪਦੇ ਬੱਚਿਆਂ ਨੂੰ ਪਕੜਦੀ ਹੈ, ਜਦੋਂ ਕਿਤੋਂ ਇਹਨੇ ਲਿਜਾਣੇ ਹੁੰਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਉਹੀ ਜਬਾੜਾ ਉਹੀ ਦੰਦ ਉਹਨਾਂ ਨੇ ਹੀ ਪਕੜਦੀ ਆ, ਗਲੋਂ ਹੀ ਪਕੜਦੀ ਹੈ ਅਤੇ ਦੰਦ ਪਰ ਖੁੱਭਣ ਨਹੀਂ ਦਿੰਦੀ। ਮੌਤ ਆਉਣੀ ਜ਼ਰੂਰ ਆ। ਗੁਰਮੁਖਾਂ ਨੂੰ ਜਿਹੜੀ ਆ ਉਹ ਸਵਾਦ ਵਾਲੀ ਆਉਂਦੀ ਹੈ ਅਤੇ ਮਨਮੁਖਾਂ ਨੂੰ ਜਿਹੜੀ ਆ ਉਹ ਕੜਾਕੇ ਵਾਲੀ ਆਉਂਦੀ ਆ, ਐਂ ਸਮਝ ਲਈਏ। ਅਤੇ ਇਦੋਂ ਅੱਗੇ ਦੀ ਵਿਚਾਰ ਆ ਜਿਹੜੀ ਉਹ ਆਤਮਿਕ ਮੌਤ ਆ। ਸੱਦੜੇ ਨਿਤ ਪਵਨ, ਨਿਤ ਉਹ ਪ੍ਰਮਾਤਮਾ ਵਾਹਿਗੁਰੂ ਦੇ ਗਿਆਨ ਰੂਪੀ ਸੱਦੇ ਸਾਨੂੰ ਪੈ ਰਹੇ ਆ ਕਿ ਐ ਇਨਸਾਨ, ਐ ਮੇਰੇ ਮਨਾ, ਤੂੰ ਸਮਝ ਜਾ। ਇਹ ਸਾਰਾ ਕਾਸੇ ਦੀ ਖਾਤਰ, ਜਿਸ ਖਾਤਰ ਜਿਹੜੀ ਮਾਇਆ ਖਾਤਰ ਤੂੰ ਪਾਪ ਕਰਦਾ, ਮਾਇਆ ਨੇ ਇੱਥੇ ਰਹਿ ਜਾਣਾ ਅਤੇ ਪਾਪਾਂ ਨੇ ਤੈਨੂੰ ਬੰਨ੍ਹ ਲੈਣਾ। ਇਹ ਨਿੱਤ ਸੱਦੇ ਪੈ ਰਹੇ ਆ, ਨਿੱਤ ਗਿਆਨ ਦਿੱਤਾ ਜਾ ਰਿਹਾ। ਸੱਦਣ ਹਾਰਾ ਸਿਮਰੀਐ ਭਾਈ, ਆਪਣੀ ਸੁਰਤ ਨੂੰ ਉੱਚੇ ਕਰੋ, ਕਿਰਤ ਦੀ ਪੂਜਾ ਨੂੰ ਛੱਡ ਕੇ ਕਰਤੇ ਨਾਲ ਜੁੜੋ। ਉਸ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਨਾਲ ਜੁੜੋ, ਜਿਹੜਾ ਸਭ ਦਾ ਮਾਲਕ ਆ, ਜਿਹਦੇ ਹੁਕਮ ਦੇ ਵਿੱਚ ਇਹ ਮੌਤ ਆ। ਮੌਤ ਦੇ ਸੱਦੇ ਨਿੱਤ ਪੈ ਰਹੇ ਆ। ਸਾਨੂੰ ਵੀ ਪਤਾ ਨਹੀਂ ਕਦੋਂ ਪੈ ਜਾਣਾ। ਉਸ ਤੋਂ ਪਹਿਲਾਂ ਕਿ ਸਰੀਰਕ ਮੌਤ ਹੋਵੇ, ਆਪਣੇ ਮਨ ਦੀ ਵਿਕਾਰਾਂ ਵਾਲੇ ਪਾਸਿਓਂ ਮੌਤ ਕਰਕੇ ਨਵਾਂ ਜੀਵਨ ਬਤੀਤ ਕਰੀਏ, ਉਸ ਆਨੰਦ ਤੱਕ ਪਹੁੰਚੀਏ ਜਿਸ ਆਨੰਦ 'ਤੇ ਸਾਨੂੰ ਗੁਰੂ ਬਾਬਾ ਜੀ ਪਹੁੰਚਾਉਣਾ ਚਾਹੁੰਦੇ ਹਨ। ਸੋ ਇਹ ਆ ਪਹਿਲੇ ਸ਼ਬਦ ਦੀ ਵਿਚਾਰ। ਆਓ ਇੱਕ ਵਾਰੀ ਫੇਰ ਸਾਰਾ ਇਹ ਸ਼ਬਦ ਦੁਬਾਰੇ ਸਰਵਣ ਕਰੀਏ ਤਾਂ ਕਿ ਸਾਨੂੰ ਅਰਥ ਹੋਰ ਦੁਬਾਰੇ ਪੱਕੇ ਹੋ ਜਾਣ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹੇਲਾ, ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਬਾਰੀ ਜਿਤ ਸੋਹਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਸੱਦਣ ਹਾਰਾ ਸਿਮਰੀਐ,
ਨਾਨਕ ਸੇ ਦੇਹ ਅਵੰਨ। ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ, ਆਪਣਾ ਵੀ ਕਿਤੇ ਨਾ ਕਿਤੇ ਨੰਬਰ ਲੱਗ ਜਾਵੇ, ਸਾਡੇ ਵੀ ਇਹ ਦਿਨ ਆ ਜਾਣ, ਅਸੀਂ ਵੀ ਉਸ ਸੱਦਣਹਾਰੇ ਦੇ ਨਾਲ ਜੁੜ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।